ਮਾਈ ਡੀਅਰ ਸਟੂਡੈਂਟਸ ਗੁੱਡ ਮਾਰਨਿੰਗ। ਮੈਂ ਸਪਨਦੀਪ ਕੌਰ, ਮੈਥ ਮਿਸਟਰਸ ਗਵਰਨਮੈਂਟ ਹਾਈ ਸਕੂਲ ਲੇਹਲ ਗੁਰਦਾਸਪੁਰ ਤੋਂ। ਅੱਜ ਮੈਂ ਤੁਹਾਨੂੰ 9ਵੀਂ ਕਲਾਸ ਮੈਥ ਦੀ ਨੈਕਸਟ ਅਸਾਈਨਮੈਂਟ ਸਿਖਾਵਾਂਗੀ। ਅਸਾਈਨਮੈਂਟ ਨੰਬਰ 177। ਅੱਜ ਦਾ ਸਾਡਾ ਟੌਪਿਕ ਹੈ ਪ੍ਰੋਪਰਟੀਜ਼ ਆਫ ਕੁਆਡਰੀਲੇਟਰਲਸ, ਜਿਹਦੇ ਵਿੱਚ ਅੱਜ ਅਸੀਂ ਚਤੁਰਭੁਜ ਦੇ ਇੱਕ ਹੋਰ ਗੁਣ ਦੇ ਬਾਰੇ ਡਿਸਕਸ ਕਰਾਂਗੇ, ਇੱਕ ਹੋਰ ਪ੍ਰੋਪਰਟੀ ਦੇ ਬਾਰੇ ਪੜਾਂਗੇ ਜੋ ਇਸ ਦੇ ਭੁਜਾਵਾਂ ਦੇ ਮੱਧ ਬਿੰਦੂਆਂ ਦੇ ਨਾਲ ਰਿਲੇਟਡ ਹੈ। ਕਿਸੇ ਵੀ ਕੁਆਡਰੀਲੇਟਰਲ, ਕਿਸੇ ਵੀ ਚਤੁਰਭੁਜ ਦੇ ਅਗਰ ਮਿਡ ਪੁਆਇੰਟਸ ਨੂੰ ਮਿਲਾ ਕੇ ਇੱਕ ਸ਼ੇਪ ਬਣਾਈ ਜਾਵੇ ਤਾਂ ਉਹ ਅੰਦਰ ਜਿਹੜੀ ਸ਼ੇਪ ਬਣ ਰਹੀ ਹੈ ਉਸ ਨੂੰ ਕਹਿੰਦੇ ਹਨ ਪੈਰਲੈਲੋਗ੍ਰਾਮ ਜਾਂ ਸਮਾਂਤਰ ਚਤੁਰਭੁਜ। ਹੁਣ ਇੱਕ ਵਾਰੀ ਅਸੀਂ ਸਾਰੀਆਂ ਟਾਈਪਸ ਨੂੰ ਚੈੱਕ ਕਰਕੇ ਦੇਖਦੇ ਹਾਂ ਕਿ ਇਹਨਾਂ ਦੇ ਮਿਡ ਪੁਆਇੰਟਸ ਨੂੰ ਮਿਲਾ ਕੇ ਕਿਹੋ ਜਿਹੀ ਆਕ੍ਰਿਤੀ ਬਣ ਰਹੀ ਹੈ। ਪਹਿਲੇ ਅਸੀਂ ਦੇਖ ਲੈਂਦੇ ਹਾਂ ਪੈਰਲੈਲੋਗ੍ਰਾਮ। ਠੀਕ ਹੈ, ਇਹ ਹੈਗੀ ਹੈ ਕੁਝ ਸਾਡੇ ਕੋਲ ਪੈਰਲੈਲੋਗ੍ਰਾਮ ਦੀ ਸ਼ੇਪ। ਇਹਨਾਂ ਦੇ ਮਿਡ ਪੁਆਇੰਟਸ ਨੂੰ ਮਿਲਾਇਆ, ਇਹਦੇ ਅੰਦਰ ਵੀ ਪੈਰਲੈਲੋਗ੍ਰਾਮ ਸਮਾਂਤਰ ਚਤੁਰਭੁਜ ਹੀ ਬਣ ਰਹੀ ਹੈ। ਹੁਣ ਅਸੀਂ ਦੇਖ ਲੈਂਦੇ ਹਾਂ ਸਕੇਅਰ। ਇਹ ਹੈਗਾ ਸਾਡੇ ਕੋਲ ਇੱਕ ਸਕੇਅਰ ABCD। ਠੀਕ ਹੈ, ਇਹ ਹੈਗਾ ਸਾਡੇ ਕੋਲ ਸਕੇਅਰ। ਇਹਦੇ ਵੀ ਮਿਡ ਪੁਆਇੰਟਸ ਨੂੰ ਮਿਲਾਇਆ ਤੇ ਅੰਦਰ ਜਿਹੜੀ ਸਾਡੇ ਕੋਲ ਨਜ਼ਰ ਆ ਰਹੀ ਹੈ ਸ਼ੇਪ, ਉਹ ਵੀ ਕੀ ਹੈ, ਇੱਕ ਪੈਰਲੈਲੋਗ੍ਰਾਮ ਹੀ ਹੈ। ਨੈਕਸਟ ਅਸੀਂ ਰੈਕਟੈਂਗਲ ਚੈੱਕ ਕਰ ਲੈਂਦੇ ਹਾਂ। ਇਹ ਹੈ ਸਾਡੇ ਕੋਲ ਇੱਕ ਰੈਕਟੈਂਗਲ। ਇਹਨਾਂ ਦੇ ਵੀ ਮਿਡ ਪੁਆਇੰਟਸ ਨੂੰ ਮਿਲਾਇਆ ਤੇ ਕਿਵੇਂ ਦੀ ਸ਼ੇਪ ਨਜ਼ਰ ਆ ਰਹੀ ਹੈ, ਪੈਰਲੈਲੋਗ੍ਰਾਮ ਸਮਾਂਤਰ ਚਤੁਰਭੁਜ। ਹੁਣ ਅਸੀਂ ਇੱਕ ਵਾਰੀ ਰੋਮਬਸ ਚੈੱਕ ਕਰ ਲੈਂਦੇ ਹਾਂ। ਠੀਕ ਹੈ, ਅਸੀਂ ਕਰਦੇ ਹਾਂ ਹੁਣ ਚੈੱਕ ਰੋਮਬਸ। ਤੇ ਰੋਮਬਸ ਕੁਛ ਇਦਾਂ ਦੀ ਹੁੰਦੀ ਹੈ। ਠੀਕ ਹੈ, ਆ ਦੇਖੋ, ਇਹ ਹੈਗੀ ਇੱਕ ਰੋਮਬਸ ABCD। ਇਹਦੇ ਅੰਦਰ ਵੀ ਜਿਹੜੀ ਸਾਨੂੰ ਇਮੇਜ ਦਿਖਾਈ ਦੇ ਰਹੀ ਹੈ ਮਿਡ ਪੁਆਇੰਟਸ ਨੂੰ ਮਿਲਾ ਕੇ ਬਣਾਈ, ਇਹ ਵੀ ਇੱਕ ਸਮਾਂਤਰ ਚਤੁਰਭੁਜ ਵਰਗੀ ਹੈ। ਨੈਕਸਟ ਹੈਗੀ ਹੈ ਟ੍ਰਪੀਜ਼ੀਅਮ। ਟ੍ਰਪੀਜ਼ੀਅਮ ਦੀ ਸ਼ੇਪ ਹੁੰਦੀ ਹੈ ਕੁਛ ਇਦਾਂ ਦੀ, ਜਿਹਦੇ ਵਿੱਚ ਇੱਕ ਭੁਜਾਵਾਂ ਦਾ ਜੋੜਾ ਹੀ ਸਮਾਂਤਰ ਹੁੰਦਾ ਹੈ। ਠੀਕ ਹੈ, ਇਹ ਹੁੰਦੀ ਹੈ ਟ੍ਰਪੀਜ਼ੀਅਮ। ਇਹਨਾਂ ਦੇ ਵੀ ਮਿਡ ਪੁਆਇੰਟਸ ਨੂੰ ਮਿਲਾਇਆ, ਇਹ ਵੀ ਅਗੇਨ ਕਿਵੇਂ ਦੀ ਹੋਈ, ਪੈਰਲੈਲੋਗ੍ਰਾਮ ਹੀ ਹੋਈ। ਨੈਕਸਟ ਅਸੀਂ ਕਾਈਟ ਨੂੰ ਚੈੱਕ ਕਰ ਲੈਂਦੇ ਹਾਂ। ਇਹ ਹੈਗੀ ਇੱਕ ਕਾਈਟ ਦੀ ਸ਼ੇਪ ABCD। ਇਹਦੇ ਵੀ ਮਿਡ ਪੁਆਇੰਟਸ ਨੂੰ ਮਿਲਾ ਕੇ ਦੇਖਿਆ, ਇਹਦੇ ਅੰਦਰ ਵੀ ਪੈਰਲੈਲੋਗ੍ਰਾਮ ਸ਼ੇਪ ਹੀ ਬਣ ਰਹੀ ਹੈ। ਇਹਦਾ ਮਤਲਬ ਹੈ ਕਿਸੇ ਵੀ ਟਾਈਪ ਦੀ ਸ਼ੇਪ ਹੋਵੇ, ਠੀਕ ਹੈ, ਕੋਈ ਵੀ ਕੁਆਡਰੀਲੇਟਰਲ ਹੋਏ ਸਾਡੇ ਕੋਲ ਤੇ ਅੰਦਰ ਮਿਡ ਪੁਆਇੰਟਸ ਨੂੰ ਮਿਲਾ ਕੇ ਜਿਹੜੀ ਸ਼ੇਪ ਬਣੇਗੀ ਉਹ ਬਣੇਗੀ ਸਾਡੇ ਕੋਲ ਪੈਰਲੈਲੋਗ੍ਰਾਮ ਸਮਾਂਤਰ ਚਤੁਰਭੁਜ। ਇੱਕ ਚੀਜ਼ ਅਸੀਂ ਹੋਰ ਨੋਟ ਕਰਨੀ ਹੈ ਕਿ ਇਸ ਚੈਪਟਰ ਦੇ ਵਿੱਚ ਅਸੀਂ ਜਦੋਂ ਟਾਈਪਸ ਆਫ ਕੁਆਡਰੀਲੇਟਰਲ ਪੜ੍ਹਿਆ ਹੈ, ਇਹਦੀਆਂ ਜਿਹੜੀਆਂ 3 ਟਾਈਪਸ ਨੇ, ਸਕੇਅਰ, ਰੈਕਟੈਂਗਲ ਤੇ ਰੋਮਬਸ, ਇਹਨਾਂ ਨੂੰ ਵੀ ਅਸੀਂ ਕੰਸੀਡਰ ਕਰਦੇ ਹਾਂ ਐਜ਼ ਏ ਪੈਰਲੈਲੋਗ੍ਰਾਮ। ਥੀਸ 3 ਆਰ ਆਲ ਪੈਰਲੈਲੋਗ੍ਰਾਮ ਬਿਕੋਜ਼ ਇਹਨਾਂ ਸਾਰਿਆਂ ਦੇ ਕੋਲ 2 ਪੇਅਰਸ ਹੁੰਦੇ ਨੇ ਪੈਰਲਰ ਲਾਈਨ ਦੇ, 2 ਪੇਅਰਸ ਆਫ ਪੈਰਲਰ ਲਾਈਨਸ। ਹੁਣ ਇਹਨਾਂ ਸਾਰਿਆਂ ਦੇ ਵਿੱਚੋਂ ਕਿਹੜੀਆਂ ਟਾਈਪ ਸਾਡੇ ਕੋਲ ਬਚ ਗਈਆਂ? ਇੱਕ ਸਾਡੇ ਕੋਲ ਬਚ ਗਈ ਹੈ ਕਾਈਟ ਔਰ ਇੱਕ ਬਚੀ ਸਾਡੇ ਕੋਲ ਟ੍ਰਪੀਜ਼ੀਅਮ। ਉਹਨਾਂ ਦੇ ਕੋਲ ਕਿਸੇ ਦੇ ਕੋਲ ਵੀ 2 ਪੇਅਰ ਜਿਹੜੇ ਉਹ ਨਹੀਂ ਹੁੰਦੇ। ਕਾਈਟ ਦੇ ਕੋਲ ਕੀ ਹੁੰਦਾ ਹੈ, ਸਿਰਫ ਜਿਹੜੀਆਂ ਲਾਗੇ ਵਾਲੀਆਂ ਭੁਜਾਵਾਂ ਹੁੰਦੀਆਂ ਨੇ, ਲਾਗੇ ਵਾਲੀਆਂ ਭੁਜਾਵਾਂ ਦਾ ਇੱਕ ਜੋੜਾ ਜਿਹੜਾ ਉਹ ਬਰਾਬਰ ਹੁੰਦਾ ਹੈ। ਲੇਕਿਨ ਟ੍ਰਪੀਜ਼ੀਅਮ ਦੇ ਵਿੱਚ ਸਿਰਫ ਇੱਕ ਹੀ ਪੈਰਲਰ ਲਾਈਨਸ ਹੁੰਦੀਆਂ ਨੇ, ਸਿਰਫ ਇੱਕ ਹੀ ਪੈਰਲਰ ਲਾਈਨ ਦਾ ਪੇਅਰ ਹੁੰਦਾ ਹੈ। ਇਸ ਕਰਕੇ ਸਕੇਅਰ, ਰੈਕਟੈਂਗਲ ਐਂਡ ਰੋਮਬਸਿਸ ਆਰ ਆਲ ਪੈਰਲੈਲੋਗ੍ਰਾਮ। ਇਹਦੀ ਇੱਕ ਐਗਜ਼ਾਮਪਲ ਹੈਗੀ ਹੈ ਕਿ ਅਗਰ ਤੁਹਾਨੂੰ ਕੋਈ ਕੁਐਸਚਨ ਪੁੱਛੇ ਕਿ ਜਿਹੜਾ ਵਰਗ ਹੈਗਾ ਸਕੇਅਰ, ਕੀ ਉਹ ਪੈਰਲੈਲੋਗ੍ਰਾਮ ਹੈ, ਤੇ ਅਸੀਂ ਕਵਾਂਗੇ, ਉਹਦਾ ਆਨਸਰ ਦੇਵਾਂਗੇ ਯੈਸ। ਕਿਉਂ? ਕਿਉਂਕਿ ਇਹਨਾਂ ਦੇ ਕੋਲ 2 ਪੇਅਰਸ ਨੇ। ਬੇਸ਼ੱਕ ਇਹਦੀਆਂ ਭੁਜਾਵਾਂ ਦੀ ਲੰਬਾਈ ਸਾਰਿਆਂ ਦੀ ਬਰਾਬਰ ਹੈਗੀ ਹੈ, ਕੋਣ ਬਰਾਬਰ ਹੈ, ਲੇਕਿਨ ਅਗਰ ਪੇਅਰਸ ਦੇ ਅਕੋਰਡਿੰਗ ਦੇਖੀਏ ਤੇ ਇਹਨਾਂ ਦੇ 2 ਪੇਅਰ ਬਣ ਰਹੇ ਨੇ ਸਮਾਂਤਰ ਰੇਖਾਵਾਂ ਦੇ। ਇਸ ਕਰਕੇ ਸਕੇਅਰ ਇਜ਼ ਕੰਸੀਡਰਡ ਐਜ਼ ਪੈਰਲੈਲੋਗ੍ਰਾਮ, ਕਿ ਵਰਗ ਵੀ ਇੱਕ ਤਰ੍ਹਾਂ ਦੀ ਸਮਾਂਤਰ ਚਤੁਰਭੁਜ ਹੀ ਹੈ। ਇਸੇ ਤਰ੍ਹਾਂ ਰੈਕਟੈਂਗਲ ਤੇ ਰੋਮਬਸ ਨੂੰ ਵੀ ਅਸੀਂ ਲੈਂਦੇ ਹਾਂ ਕਿ ਇਹ ਇੱਕ ਪੈਰਲੈਲੋਗ੍ਰਾਮ ਹੈਗੀ ਹੈ। ਹੁਣ ਅਸੀਂ ਆਪਣੀ ਅਸਾਈਨਮੈਂਟ ਦੇ ਕੁਐਸਚਨਸ ਨੂੰ ਸੋਲਵ ਕਰਦੇ ਹਾਂ। ਸਾਡਾ ਪਹਿਲਾ ਕੁਐਸਚਨ ਹੈ ABCD ਇੱਕ ਚਤੁਰਭੁਜ ਹੈ ਜਿਹਦੇ ਵਿੱਚ PQRS ਕ੍ਰਮਵਾਰ ਭੁਜਾਵਾਂ ਦੇ ਮੱਧ ਬਿੰਦੂ ਹਨ। AC ਉਸ ਦਾ ਵਿਕਰਨ ਹੈ। ਦਰਸਾਓ ਕਿ ਅਸੀਂ 3 ਪੁਆਇੰਟ ਦੱਸਣੇ ਨੇ, 3 ਪੁਆਇੰਟ ਪ੍ਰੂਵ ਕਰਨੇ ਆ। ਪਹਿਲਾ ਪੁਆਇੰਟ ਅਸੀਂ ਪ੍ਰੂਵ ਕਰਾਂਗੇ ਕਿ SR ਜੋ ਹੈ ਪੈਰਲਲ ਟੂ AC ਹੈ ਤੇ SR ਦੀ ਜਿਹੜੀ ਵੈਲਿਊ ਹੈ ਹਾਫ ਆਫ AC ਹੈ। ਸੈਕਿੰਡ ਪੁਆਇੰਟ ਅਸੀਂ ਪ੍ਰੂਵ ਕਰਨਾ ਹੈ ਕਿ PQ ਇਹਦੇ ਵਿੱਚ SR ਦੇ ਬਰਾਬਰ ਹੈ। ਥਰਡ ਪੁਆਇੰਟ ਅਸੀਂ ਦੱਸਣਾ ਹੈ ਕਿ PQRS ਇੱਕ ਸਮਾਂਤਰ ਚਤੁਰਭੁਜ ਹੈ। 1 ਬਾਈ 1 ਅਸੀਂ ਤਿੰਨਾਂ ਪੁਆਇੰਟਸ ਨੂੰ ਸੋਲਵ ਕਰਾਂਗੇ। ਪਹਿਲੇ ਡਾਇਗਰਾਮ ਤੇ ਦੇਖੋ, ABCD ਇੱਕ ਚਤੁਰਭੁਜ ਜਿਹਦੇ ਵਿੱਚ PQRS ਇਹਨਾਂ ਦੇ ਭੁਜਾਵਾਂ ਦੇ ਮਿਡ ਪੁਆਇੰਟਸ ਨੇ। AC ਨੂੰ ਮਿਲਾ ਕੇ ਇੱਕ ਵਿਕਰਨ ਡਰਾ ਕੀਤਾ ਹੋਇਆ। ਹੁਣ ਅਸੀਂ ਬੱਚਿਓ ਇਸ ਦੇ ਵਿੱਚ ਪਹਿਲਾ ਪੁਆਇੰਟ ਅਸੀਂ ਪ੍ਰੂਵ ਕਰਨਾ ਹੈ ਕਿ ਜਿਹੜੀ SR ਵਾਲੀ ਲਾਈਨ ਹੈਗੀ ਹੈ ਉਹ AC ਦੇ ਪੈਰਲਰ ਹੈ। ਉਹਦੇ ਵਾਸਤੇ
ਤੁਸੀਂ ਥੋੜ੍ਹਾ ਜਿਹਾ ਰਿਵੀਜ਼ਨ ਕਰੋ ਕਿ ਮਿਡ ਪੁਆਇੰਟ ਥਿਊਰਮ ਕੀ ਸੀਗੀ। ਲਾਸਟ ਟਾਈਮ ਅਸੀਂ ਕੀਤਾ ਸੀਗਾ ਕਿ ਮਿਡ ਪੁਆਇੰਟ ਥਿਊਰਮ ਕੀ ਹੁੰਦੀ ਹੈ ਕਿ ਜਦੋਂ ਕਿਸੇ ਟਰਾਇੰਗਲ ਦੇ ਦੋ ਮਿਡ ਪੁਆਇੰਟਸ ਨੂੰ ਮਿਲਾ ਕੇ ਇੱਕ ਲਾਈਨ ਸੈਗਮੈਂਟ ਬਣਾਇਆ ਜਾਵੇ ਤੇ ਉਹ ਥਰਡ ਪੁਆਇੰਟ ਜਿਹੜੀ ਥਰਡ ਲਾਈਨ ਹੋਏਗੀ, ਥਰਡ ਜਿਹੜੀ ਸਾਈਡ ਹੋਏਗੀ ਉਹਦੇ ਉਹ ਸਮਾਂਤਰ ਵੀ ਹੋਵੇਗੀ, ਪੈਰਲਰ ਵੀ ਹੋਵੇਗੀ ਤੇ ਉਹਦੀ ਜਿਹੜੀ ਵੈਲਿਊ ਹੋਵੇਗੀ ਉਹ ਥਰਡ ਸਾਈਡ ਦੀ ਵੈਲਿਊ ਦੇ ਹਾਫ ਹੋਵੇਗੀ, ਮਤਲਬ DE ਇਜ਼ ਹਾਫ ਆਫ BC। ਇਹਨਾਂ ਦੋਨਾਂ ਚੀਜ਼ਾਂ ਨੂੰ ਹੁਣ ਅਸੀਂ ਆਪਣੇ ਕੁਐਸਚਨ ਦੇ ਵਿੱਚ ਅਪਲਾਈ ਕਰਾਂਗੇ। ਅਸੀਂ ਇਸ ਚਤੁਰਭੁਜ ਦੇ ਦੋ ਹਿੱਸੇ ਕਰ ਲਏ AC ਵਾਲੀ ਸਾਈਡ ਤੋਂ, ਦੋ ਟਰਾਇੰਗਲ ਦੇ ਵਿੱਚ ਬਦਲ ਗਈ। ਦੋਨਾਂ ਵਾਰ-ਵਾਰ ਟਰਾਇੰਗਲਸ ਦੇ ਵਿੱਚ ਅਸੀਂ ਮਿਡ ਪੁਆਇੰਟ ਥਿਊਰਮ ਨੂੰ ਅਪਲਾਈ ਕਰਾਂਗੇ। ਪਹਿਲੇ ਅਸੀਂ ਟਰਾਇੰਗਲ ਚੂਜ਼ ਕਰ ਲਈ A, D ਤੇ C, SR ਉਹਦੇ ਮਿਡ ਪੁਆਇੰਟਸ ਨੇ, ਉਹਨਾਂ ਨੂੰ ਮਿਲਾ ਦਿੱਤਾ। ਹੁਣ ਇਸ ਜਿਹੜੀ ਟਰਾਇੰਗਲ ਬਣ ਰਹੀ ਇੱਕ ਸ਼ੇਪ ਜੀ ਬਣੀ ਹੈ ਰੈੱਡ ਕਲਰ ਦੀ, ਇਹ ਬੱਚਿਓ ਕਿਸ ਤਰ੍ਹਾਂ ਦੀ ਨਜ਼ਰ ਆ ਰਹੀ ਹੈ ਤੁਹਾਨੂੰ? ਬਿਲਕੁਲ ਸੇਮ ਡਾਇਗਰਾਮ ਵਰਗੀ, ਜਿਹੜੀ ਹੁਣੇ ਮੈਂ ਤੁਹਾਨੂੰ ਡਾਇਗਰਾਮ ਦਿਖਾਇਆ ਮਿਡ ਪੁਆਇੰਟ ਥਿਊਰਮ ਵਾਲਾ। ਤੇ ਉਹਦੇ ਅਕੋਰਡਿੰਗ ਫਿਰ SR ਦੀ ਜਿਹੜੀ ਵੈਲਿਊ ਹੈ, SR ਪੈਰਲਰ ਹੋਵੇਗਾ AC ਦੇ ਪੈਰਲਰ ਹੋਏਗਾ। ਫਸਟ ਪੁਆਇੰਟ ਅਸੀਂ ਪ੍ਰੂਵ ਕਰ ਲਿਆ ਅਕੋਰਡਿੰਗ ਟੂ ਮਿਡ ਪੁਆਇੰਟ ਥਿਊਰਮ SR ਇਜ਼ ਪੈਰਲਰ ਟੂ AC। ਹੁਣ ਜੇ ਪੈਰਲਰ ਹੈਗਾ ਇਹਦਾ ਮਤਲਬ ਇਹਦੀ ਜਿਹੜੀ ਵੈਲਿਊ ਹੈ SR ਦੀ ਉਹ ਇਕੁਅਲ ਵੀ ਹੋਵੇਗੀ ਹਾਫ ਆਫ AC। ਹੁਣ ਅਸੀਂ ਸੈਕਿੰਡ ਪੁਆਇੰਟ ਬੱਚੋ ਕੀ ਪ੍ਰੂਵ ਕਰਨਾ ਹੈ? ਸੈਕਿੰਡ ਪੁਆਇੰਟ ਅਸੀਂ ਪ੍ਰੂਵ ਕਰਨਾ ਹੈ ਕਿ ਜਿਹੜਾ SR ਹੈ ਉਹ PQ ਦੇ ਬਰਾਬਰ ਹੈਗਾ। ਉਹਦੇ ਵਾਸਤੇ ਸਾਨੂੰ PQ ਪਤਾ ਕਰਨਾ ਪੈਣਾ ਤੇ PQ ਅਸੀਂ ਦੇਖ ਲੈਂਦੇ ਹਾਂ। PQ ਹੈਗਾ ਸਾਡੇ ਕੋਲ ਹੇਠਾਂ ਵਾਲੀ ਟਰਾਇੰਗਲ ਦੇ ਵਿੱਚ ਆਊਗਾ ਕਿ AC ਜਦੋਂ ਅਸੀਂ ਚੂਜ਼ ਕਰਾਂਗੇ ਦੂਸਰੀ ਟਰਾਇੰਗਲ AC ਤੇ B, ਇਸ ਟਰਾਇੰਗਲ ਦੇ ਮਿਡ ਪੁਆਇੰਟ P ਤੇ Q ਨੂੰ ਮਿਲਾ ਕੇ ਇੱਕ ਲਾਈਨ ਸੈਗਮੈਂਟ ਬਣਾਇਆ। ਇੱਥੇ ਦੁਬਾਰਾ ਇੱਕ ਮਿਡ ਪੁਆਇੰਟ ਥਿਊਰਮ ਅਪਲਾਈ ਕਰਾਂਗੇ ਆਪਾਂ ਤੇ ਇਹਦੇ ਅਕੋਰਡਿੰਗ ਫਿਰ PQ ਜੋ ਹੈ ਉਹ ਪੈਰਲਰ ਹੋ ਜਾਏਗਾ AC ਦੇ ਤੇ PQ ਦੀ ਵੈਲਿਊ ਵੀ ਬਰਾਬਰ ਹੋ ਜਾਏਗੀ ਹਾਫ ਆਫ AC ਦੇ। ਇਹ ਦੋਨਾਂ ਪੁਆਇੰਟਸ ਨੂੰ ਧਿਆਨ ਨਾਲ ਦੇਖਣਾ ਆਪਾਂ। ਇੱਥੋਂ ਅਸੀਂ ਆਪਣਾ ਬੱਚਿਓ ਰਿਜ਼ਲਟ ਕੱਢਣਾ ਹੈ ਕਿ ਪਹਿਲਾ ਪੁਆਇੰਟ ਹੈ SR ਪੈਰਲਰ ਟੂ AC ਤੇ PQ ਵੀ ਪੈਰਲਰ AC। ਇਹਦਾ ਮਤਲਬ SR ਵੀ PQ ਦੇ ਪੈਰਲਰ ਹੋਵੇਗਾ। ਅਸੀਂ ਇੱਕ ਪੁਆਇੰਟ ਤੇ ਪਹੁੰਚ ਗਏ ਕਿ SR ਜੋ ਹੈ ਉਹ PQ ਦੇ ਪੈਰਲਰ ਹੋਵੇਗਾ। ਹੁਣ ਸੈਕਿੰਡ ਪੁਆਇੰਟ ਦੇਖੋ, SR ਦੀ ਵੈਲਿਊ ਹਾਫ ਆਫ AC ਦੇ ਬਰਾਬਰ ਹੈ। ਇਧਰੋਂ ਦੂਸਰੇ ਪਾਸੇ PQ ਦੀ ਵੈਲਿਊ ਵੀ ਹਾਫ ਆਫ AC ਦੇ ਬਰਾਬਰ ਹੈ। ਇਹਦਾ ਮਤਲਬ SR ਦੀ ਵੈਲਿਊ PQ ਦੀ ਵੈਲਿਊ ਦੇ ਬਰਾਬਰ ਵੀ ਹੋਵੇਗੀ। ਤੇ ਦੂਸਰਾ ਪੁਆਇੰਟ ਅਸੀਂ ਸ਼ੋ ਕਰ ਲਿਆ ਕਿ SR ਦੀ ਵੈਲਿਊ PQ ਦੇ ਬਰਾਬਰ ਹੈਗੀ ਹੈ। ਹੁਣ ਅਸੀਂ ਇਸ ਤੀਸਰੇ ਪੁਆਇੰਟ ਵਿੱਚ ਦੱਸਣਾ ਹੈ ਕਿ PQRS ਕਿਹੋ ਜਿਹੀ ਚਤੁਰਭੁਜ ਹੈਗੀ ਹੈ, ਸਮਾਂਤਰ ਹੈ ਜਾਂ ਕਿਵੇਂ ਦੀ ਹੈ। ਉਹਦੇ ਵਾਸਤੇ ਅਸੀਂ ਦੋ ਪੁਆਇੰਟ ਪਹਿਲੇ ਸਿੱਖ ਕੇ ਆਏ ਹਾਂ ਕਿ SR ਜਿਹੜੀ ਭੁਜਾ ਹੈ ਉਹ ਸਮਾਂਤਰ ਹੈਗੀ ਹੈ P ਤੇ Q ਦੇ। ਦੂਸਰਾ ਪੁਆਇੰਟ ਅਸੀਂ ਸਿੱਖਿਆ SR ਜਿਹੜਾ ਉਹ ਬਰਾਬਰ ਵੀ ਹੈਗਾ PQ ਦੇ। ਡਾਇਗਰਾਮ ਦੇ ਵਿੱਚ ਦੇਖੋ SR ਜਿਹੜੀ ਸਾਈਡ ਹੈ ਉਹ PQ ਦੇ ਪੈਰਲਰ ਵੀ ਆ ਰਹੀ ਹੈ ਤੇ ਬਰਾਬਰ ਵੀ ਆ ਰਹੀ ਹੈ। ਇਹ ਫਿਰ ਕਿਹੋ ਜਿਹੀ ਚਤੁਰਭੁਜ ਦੇ ਵਿੱਚ ਹੁੰਦਾ ਸੀਗਾ? ਇਹ ਹੁੰਦਾ ਸੀ ਸਮਾਂਤਰ ਚਤੁਰਭੁਜ ਵਿੱਚ। ਇਸ ਕਰਕੇ PQRS ਇੱਕ ਸਮਾਂਤਰ ਚਤੁਰਭੁਜ ਹੋਵੇਗੀ ਕਿਉਂਕਿ ਸਨਮੁਖ ਭੁਜਾਵਾਂ ਦਾ, ਜੇ ਕਿਸੇ ਚਤੁਰਭੁਜ ਦੀ ਸਨਮੁਖ ਭੁਜਾਵਾਂ ਦਾ ਇੱਕ ਵੀ ਜੋੜਾ ਬਰਾਬਰ ਤੇ ਸਮਾਂਤਰ ਹੋ ਗਿਆ ਤੇ ਅਸੀਂ ਫਿਰ ਉਹਨਾਂ ਨੂੰ ਕਹਿ ਦਾਂਗੇ ਕਿ ਇਹ ਇੱਕ ਸਮਾਂਤਰ ਚਤੁਰਭੁਜ ਹੁੰਦੀ ਹੈ। ਇਸ ਕਰਕੇ PQRS ਇੱਕ ਸਮਾਂਤਰ ਚਤੁਰਭੁਜ ਹੈ। ਆਓ ਹੁਣ ਅਸੀਂ ਦੂਸਰਾ ਕੁਐਸਚਨ ਕਰਦੇ ਹਾਂ। ਦੂਸਰਾ ਕੁਐਸਚਨ ਹੈ ਦਰਸਾਓ ਕਿ ਕਿਸੇ ਚਤੁਰਭੁਜ ਦੀਆਂ ਸਨਮੁਖ ਭੁਜਾਵਾਂ ਦੇ ਮੱਧ ਬਿੰਦੂਆਂ ਨੂੰ ਮਿਲਾਉਣ ਵਾਲੇ ਰੇਖਾਖੰਡ ਇੱਕ ਦੂਜੇ ਨੂੰ ਸਮਦੁਭਾਜਿਤ ਕਰਦੇ ਹਨ। ਇਸ ਕੁਐਸਚਨ ਦੇ ਵਿੱਚ ਅਸੀਂ ਸੇਮ ਉਸੇ ਤਰ੍ਹਾਂ ਦਾ ਡਾਇਗਰਾਮ ਬਣਾਵਾਂਗੇ। ABCD ਇੱਕ ਚਤੁਰਭੁਜ, ਸਾਰੀਆਂ ਸਾਈਡਾਂ ਦੇ ਮਿਡ ਪੁਆਇੰਟ ਦਾ ਨਾਮ ਅਸੀਂ ਰੱਖ ਲਿਆ PQR ਤੇ S। ਹੁਣ ਸਾਰੀਆਂ ਜਿਹੜੀਆਂ ਮਿਡ ਪੁਆਇੰਟਸ ਨੂੰ ਅਸੀਂ ਮਿਲਾ ਕੇ ਜਿਹੜੀ ਅੰਦਰ ਚਤੁਰਭੁਜ ਬਣਾਈ ਹੈ, ਪਹਿਲੇ ਕੁਐਸਚਨ ਦੇ ਵਿੱਚ ਅਸੀਂ ਕਿੱਥੇ ਪਹੁੰਚ ਗਏ ਸੀਗੇ ਕਿ ਇਹ ਜਿਹੜੀ ਮਿਡ ਪੁਆਇੰਟਸ ਤੋਂ ਮਿਲਾ ਕੇ ਚਤੁਰਭੁਜ ਬਣੀ ਹੈ ਇਹ ਹੈਗੀ ਹੈ ਪੈਰਲਲੋਗ੍ਰਾਮ, ਇੱਕ ਸਮਾਂਤਰ ਚਤੁਰਭੁਜ। ਤੇ ਸਮਾਂਤਰ ਚਤੁਰਭੁਜ ਦੇ ਵਿਕਰਨ ਕਿਵੇਂ ਦੇ ਹੁੰਦੇ ਨੇ ਇਹ ਅਸੀਂ ਸਿੱਖਿਆ ਸੀਗਾ ਜਦੋਂ ਇਹਨਾਂ ਦੀਆਂ ਟਾਈਪਸ ਕੀਤੀਆਂ ਸੀਗੀਆਂ। ਟਾਈਪਸ ਆਫ ਕੁਆਡਰੀਲੇਟਰਲ ਜਦੋਂ ਅਸੀਂ ਪੜ੍ਹਿਆ ਸੀਗਾ ਉਸ ਟਾਈਮ ਤੇ ਇਹਨਾਂ ਦੀ ਵਿਕਰਨਾਂ ਦੀ ਗੱਲ ਕੀਤੀ ਸੀਗੀ ਕਿ ਸਮਾਂਤਰ ਚਤੁਰਭੁਜ ਦੇ ਇੱਕ ਵਿਕਰਨ ਡਰਾ ਕਰਨ ਦੇ ਨਾਲ ਜਿਹੜਾ ਦੂਸਰਾ ਵਿਕਰਨ ਹੈ ਉਸ ਦੇ ਦੋ ਬਰਾਬਰ ਦੇ ਹਿੱਸੇ ਹੋ ਗਏ। ਸਮਦੁਭਾਜਿਤ ਕਰਨਾ, ਇਹਨੂੰ ਅਸੀਂ ਕਹਿੰਦੇ ਆ ਬਾਈਸੈਕਟ ਕਰਨਾ ਜਾਂ ਸਮਦੁਭਾਜਿਤ।
ਔਰ ਸਮਾਂਤਰ ਚਤੁਰਭੁਜ ਦੇ ਵਿਕਰਨ ਇੱਕ ਦੂਸਰੇ ਨੂੰ ਬਾਈਸੈਕਟ ਕਰਦੇ ਹਨ, ਇਸ ਕਰਕੇ ਇਹ ਇੱਕ ਸਮਾਂਤਰ ਚਤੁਰਭੁਜ ਹੈ ਅਤੇ ਇਸ ਦੇ ਵਿਕਰਨ ਇੱਕ ਦੂਜੇ ਨੂੰ ਸਮਦੁਭਾਜਿਤ ਕਰਨਗੇ। ਇਸ ਲਈ SQ ਤੇ PR ਇੱਕ ਦੂਜੇ ਨੂੰ ਸਮਦੁਭਾਜਿਤ ਕਰਦੇ ਹਨ। ਇਹ ਸੀਗਾ ਬੱਚਿਓ ਸਾਡਾ ਦੂਸਰਾ ਕੁਐਸਚਨ। ਹੁਣ ਅਸੀਂ ਵੀਕ ਐਲੋਜ਼ਡ ਬੇਸਡ ਕੁਐਸਚਨ ਕਰਦੇ ਹਾਂ। ਕੁਝ ਟੌਪਿਕਸ ਜਿਨ੍ਹਾਂ ਵਿੱਚ ਤੁਸੀਂ ਵੀਕ ਹੋ ਉਹਨਾਂ ਦੀ ਅਸੀਂ ਰਿਵੀਜ਼ਨ ਕਰਾਵਾਂਗੇ। ਪਹਿਲਾ ਕੁਐਸਚਨ ਹੈ, ਸਮਕੋਣੀ ਤ੍ਰਿਭੁਜ ਵਿੱਚ ਸਭ ਤੋਂ ਲੰਬੀ ਭੁਜਾ ਦੇ ਸਨਮੁਖ ਕੋਣ ਕਿਹੜਾ ਹੁੰਦਾ ਹੈ? ਤੁਸੀਂ ਸਮਕੋਣੀ ਤਿਕੋਣ ਬਾਰੇ ਪੜ੍ਹਿਆ ਹੋਵੇਗਾ। ਇਹਨਾਂ ਦੇ ਸਾਰੀਆਂ ਭੁਜਾਵਾਂ ਦੇ ਕੁਝ ਖਾਸ ਨਾਮ ਹੁੰਦੇ ਨੇ ਔਰ ਜਿਹੜਾ 90 ਡਿਗਰੀ ਦੇ ਬਿਲਕੁਲ ਸਾਹਮਣੇ ਵਾਲੀ ਭੁਜਾ ਹੁੰਦੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਹਾਈਪੋਟੇਨਿਊਜ਼ ਕਰਨ, ਔਰ ਇਹ ਸਭ ਤੋਂ ਲੰਬੀ ਸਾਈਡ ਹੁੰਦੀ ਹੈ। ਕਿਸੇ ਵੀ ਰਾਈਟ ਐਂਗਲ ਟਰਾਇੰਗਲ ਦੇ ਵਿੱਚ ਜਿਹੜੀ ਲੌਂਗੈਸਟ ਸਾਈਡ ਹੈ ਉਹ ਹੁੰਦੀ ਹੈ ਹਾਈਪੋਟੇਨਿਊਜ਼। ਤੇ ਬੱਚਿਓ ਇਹਦੇ ਬਿਲਕੁਲ ਸਾਹਮਣੇ ਫਿਰ ਕਿਹੜਾ ਕੋਣ ਹੈ? ਇਹ ਹੈ 90 ਡਿਗਰੀ ਦਾ, 90 ਡਿਗਰੀ ਦਾ। ਤੇ ਸਾਡਾ ਫਿਰ ਆਨਸਰ ਆਵੇਗਾ ਆਪਸ਼ਨ ਨੰਬਰ B 90 ਡਿਗਰੀ। ਸੈਕਿੰਡ ਕੁਐਸਚਨ ਹੈ, ਇੱਕ ਤ੍ਰਿਭੁਜ ਵਿੱਚ ਕਿਸੇ ਦੋ ਭੁਜਾਵਾਂ ਦਾ ਜੋੜ ਤੀਸਰੀ ਭੁਜਾ ਤੋਂ ਕਿਹੋ ਜਿਹਾ ਹੁੰਦਾ ਹੈ? The sum of two sides in any triangle is greater than the third side. ਕਿਸੇ ਵੀ ਤ੍ਰਿਭੁਜ ਦੇ ਵਿੱਚ ਦੋ ਭੁਜਾਵਾਂ ਦਾ ਜੋੜ ਤੀਸਰੀ ਭੁਜਾ ਦੇ ਨਾਲੋਂ ਵੱਡਾ ਹੁੰਦਾ ਹੈ। ਜੇਕਰ ਦੋ ਭੁਜਾਵਾਂ ਦੀ ਲੰਬਾਈ ਤੀਸਰੀ ਨਾਲੋਂ ਵੱਡੀ ਹੋਵੇਗੀ ਫਿਰ ਹੀ ਇੱਕ ਟਰਾਇੰਗਲ ਬਣੇਗੀ। ਜੇਕਰ ਦੋ ਭੁਜਾਵਾਂ ਦਾ ਜੋੜ ਤੀਸਰੀ ਨਾਲੋਂ ਛੋਟਾ ਹੋਵੇਗਾ ਤੇ ਉਹ ਟਰਾਇੰਗਲ ਨਹੀਂ ਬਣੇਗੀ। ਇਸ ਲਈ ਟਰਾਇੰਗਲ ਦੇ ਵਾਸਤੇ ਚਾਹੀਦਾ ਹੈ ਕਿ ਦੋ ਜਿਹੜੀਆਂ ਭੁਜਾਵਾਂ ਨੇ ਉਹਨਾਂ ਦਾ ਜੋੜ ਤੀਸਰੀ ਨਾਲੋਂ ਵੱਡਾ ਹੋਵੇ। ਫਿਰ ਸਾਡੇ ਕੁਐਸਚਨ ਦਾ ਸਹੀ ਆਨਸਰ ਹੋਵੇਗਾ ਆਪਸ਼ਨ ਨੰਬਰ A ਵੱਡਾ ਹੁੰਦਾ ਹੈ। ਇਹ ਸੀਗੇ ਬੱਚਿਓ ਅੱਜ ਦੀ ਸਾਡੀ ਅਸਾਈਨਮੈਂਟ। ਥੈਂਕ ਯੂ ਸੋ ਮਚ ਫॉर ਵਾਚਿੰਗ।